कहते एक बारी मैनू हथ फड़ा दिओ सही, फिर मेरी चाल देख ली, मैं किते बादलों नूं गले तो फड़ के खिच ना दियां। वो बीजेपी चक के सुट्टी जाती है परां परां। दिल्ली वाली कमेटी लै गए, हरियाणे वाली कमेटी लै गए, पटना हजूर साहब वाली पहला ही नहीं तुहाडे कोल, ते रह गया एक पंजाब ही पंजाब रह गया। किदन इहनूं भी चक के अपने ला लैणगे। की तुसी कौम नूं नाल लैके इन्हां गल्लां दी चुनौती नूं हैड ऑन लिया ते कोई प्रोग्राम तय कीता? खास निग ਗਿਆਨੀ ਹਰਪ੍ਰੀਤ ਸਿੰਘ ਦੇ ਰਹੇ ਸੀਗੇ कि ਜਿਹੜੇ ਹੁਣ ਰਘਬੀਰ ਸਿੰਘ ਉਹਨਾਂ ਨੇ नहीं देना। ਤੀਏ ਦਿਨ ਸਾਡਾ ਵੈਰ ਵਿਰੋਧ ਪੈ ਜਾਂਦਾ ਆ ਕ੍ਰਿਸਚੀਅਨਾਂ ਦੇ ਨਾਲ। ਕਿਉਂ ਇਹ ਸਾਰਾ ਕੁਝ ਹੋ ਰਿਹਾ? ਕਿਉਂ ਲੋਕ ਕ੍ਰਿਸਚੀਅਨ ਬਣ ਰਿਹਾ? ਕਿ ਕੀ ਗਿਆਨੀ ਹਰਪ੍ਰੀਤ ਸਿੰਘ ਜੀ ਉਹਨੂੰ ਛੱਡ ਲਓ ਤੁਸੀਂ, ਰਾਘਵ ਚੱਡੇ ਦੇ ਜਾਂਦੇ ਜਾਂ ਨਹੀਂ ਜਾਂ ਇਸ ਮਾਰਗ ਦੇ ਉੱਤੇ ਜਾਂ ਇਸ ਰਸਤੇ ਦੇ ਉੱਤੇ ਕਿੰਨੇ ਕਦਮ ਅੱਗੇ ਸਿੱਖ ਕੌਮ ਨੂੰ ਲੈ ਕੇ ਗਏ। ਸਵਾਗਤ ਹੈ, ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਸੰਦੀਪ ਕੰਬੋਜ। ਜਿਵੇਂ ਕਿ ਅੱਜ ਇੱਕ ਵੱਡੀ ਖਬਰ ਅਸੀਂ ਅਕਾਲ ਤਖਤ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਦੇ ਅਹੁਦੇ ਤੋਂ ਲਾ ਦਿੱਤਾ ਗਿਆ ਤੇ ਉਹਨਾਂ ਦੀ ਜਗ੍ਹਾ ਤੇ ਜਥੇਦਾਰ ਨਵੇਂ ਦੀ ਨਿਯੁਕਤੀ ਕੀਤੀ ਗਈ ਹੈ। ਸਰਦਾਰ ਰਘਬੀਰ ਸਿੰਘ ਨੂੰ ਨਵੇਂ ਜਥੇਦਾਰ ਲਾਣਿਆ ਗਿਆ ਹੈ। ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਆ ਗਏ ਨੇ, ਇਸ ਵਿਸ਼ੇ ਤੇ ਗੱਲਬਾਤ ਕਰਾਂਗੇ। ਪ੍ਰੋਫੈਸਰ ਸਾਹਿਬ, ਅਸੀਂ ਇਹ ਹੁਣ ਜਾਣੀਏ ਕਿ ਵਿਆਹ ਦੇ ਲੱਡੂ ਭਾਰੀ ਪੈ ਗਏ ਜਥੇਦਾਰ ਸਾਹਿਬ ਨੂੰ। ਆਹ ਇਹ ਤਾਂ ਉਦੋਂ ਹੀ ਰੌਲਾ ਪੈ ਗਿਆ ਸੀ ਜੀ। ਥੋੜ੍ਹੀ ਜਿਹੀ ਗੱਲ ਹੈ ਵੀ ਜ਼ਿਆਦਾ ਸੀਗੀ ਜੀ। ਗੱਲ ਇਹ ਆ ਕਿ ਇੱਕ ਬੰਦਾ ਜਿਹੜਾ ਪੋਲੀਟੀਕਲੀ ਨੋਨ ਹੋਵੇ ਜੀ, ਫਿਰ ਕੋਈ ਵਿਆਹ ਦੀ ਗੱਲ ਨਹੀਂ, ਸਗਾਈ ਦੀ ਗੱਲ ਆ ਜੀ। ਸਗਾਈ ਦਾ ਫੰਕਸ਼ਨ ਜਿਹੜਾ ਉਹ ਇੱਕ ਫੈਮਿਲੀ ਫੰਕਸ਼ਨ ਹੁੰਦਾ, ਉਹ ਪਬਲਿਕ ਫੰਕਸ਼ਨ ਨਹੀਂ ਹੁੰਦਾ। ਅੱਛਾ, ਫਿਰ ਕੋਈ ਇਹੋ ਜਿਹੀ ਭੂਮਿਕਾ ਵੀ ਨਹੀਂ ਹੈ ਕਿ ਉੱਥੇ ਕੋਈ ਪਾਠ ਸੀ ਜਾਂ ਜਿਹਦੇ 'ਤੇ ਇਹਨਾਂ ਨੇ ਕੋਈ ਖਾਸ ਅਰਦਾਸ ਕਰਨੀ ਸੀ, ਕੋਈ ਇਹੋ ਜਿਹੀ ਗੱਲ ਵੀ ਨਹੀਂ ਸੀ, ਵੀ ਧਾਰਮਿਕ ਰਿਚੁਅਲ ਵੀ ਨਹੀਂ ਸੀ। ਫਿਰ ਇਹ ਵੀ ਸ਼ੱਕ ਪੈਦਾ ਹੁੰਦਾ ਕਿ ਬਾਕੀ ਸਾਰੀ ਜਨਤਾ ਜਨਾਰਦਨ ਨੂੰ ਛੱਡ ਕੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਕਿਉਂ ਉੱਥੇ ਇਸ ਕਿਸਮ ਨਾਲ ਉਤਸ਼ਾਹਿਤ ਕੀਤਾ ਗਿਆ। ਕਿਹੜੀਆਂ ਗੱਲਾਂ 'ਤੇ ਪਰਦਾ ਪਾਉਣ ਲਈ ਉਹਨਾਂ ਨੂੰ ਉੱਥੇ ਬੁਲਾ ਕੇ ਤੇ ਸਾਰਾ ਹੋਇਆ, ਜਾਂ ਕਿਹੜੀਆਂ ਗੱਲਾਂ 'ਤੇ ਪਰਦਾ ਲਾਉਣ ਲਈ ਹੋਇਆ। ਇਹ ਵੀ ਤਾਂ ਉਲਟਾ ਵੀ ਤਾਂ ਹੋ ਸਕਦਾ ਨਾ। ਇਹ ਤਾਂ ਉਦਣ ਹੀ ਰੌਲਾ ਪੈ ਗਿਆ ਸੀਗਾ। ਤੁਹਾਨੂੰ ਯਾਦ ਹੈ ਕਿ ਬਲਟੂਹੇ ਹੋਣਾ ਦਾ ਬਿਆਨ ਉਦਣ ਹੀ ਆ ਗਿਆ ਸੀਗਾ ਭਈ ਨਹੀਂ ਇਹ ਗੱਲ ਨਹੀਂ ਠੀਕ, ਗੱਲ ਨਹੀਂ ਬਣੀ ਉਹਨਾਂ ਨੇ। ਤੇ ਅੱਜ ਉਹ ਖੁੱਲ੍ਹ ਕੇ ਕਹਿ ਰਹੇ, ਉਹ ਕਹਿ ਰਿਹਾ ਵੀ ਅਕਾਲ ਤਖਤ ਦੇ ਜਥੇਦਾਰ ਦਾ ਕੋਈ ਇਹ ਜ਼ਰੂਰੀ ਨਹੀਂ ਕਿ ਬਹੁਤ ਪੜ੍ਹਿਆ ਹੀ ਹੋਵੇ ਜਾਂ ਉਹ ਬਹੁਤ ਚੰਗਾ ਕਥਾਵਾਚਕ ਹੋਵੇ ਜਾਂ ਚੰਗਾ ਪਾਠੀ ਹੋਵੇ। ਉਹਦਾ ਇਹ ਤਾਂ ਚਲੋ ਹੋਵੇ ਤਾਂ ਚੰਗੀ ਗੱਲ ਆ, ਪਰ ਉਹਦਾ ਅਕਾਲ ਤਖਤ ਦਾ ਜਥੇਦਾਰ ਇੱਕ ਉੱਚਾ ਟਾਵਰਿੰਗ ਪਰਸਨੈਲਿਟੀ ਕਿ ਜਿਹੜਾ ਕਦੀ ਕਦੀ ਨਹੀਂ ਮਿਲਦਾ ਰਾਸ਼ਟਰਪਤੀ ਵਾਂਗੂ। ਜਾਣੀ ਸਿੱਖਾਂ ਦਾ ਜੇ ਰਾਸ਼ਟਰਪਤੀ ਹੈ ਤੇ ਉਹਦੇ ਅਕਾਲ ਤਖਤ ਦਾ ਜਥੇਦਾਰ ਹੈ। ਉਸ ਕਿਸਮ ਦੇ ਮਤਲਬ ਇੱਕ ਅਹਿਮੀਅਤ ਹੈ। ਤੇ ਇਸ ਗੱਲ ਦਾ ਲੱਗਾ ਜ਼ਰੂਰ ਅਕਾਲੀ ਦਲ ਦੇ ਲੀਡਰਾਂ ਨੂੰ ਵੀ ਤੇ ਕਈਆਂ ਨੂੰ SGPC 'ਚੋਂ ਵੀ ਲੱਗਾ ਹੋ। ਨਹੀਂ, ਅਸੀਂ ਜਾਣਨਾ ਇਹ ਚਾਹਾਂਗੇ ਕਿ ਸਭ ਤੋਂ ਜ਼ਿਆਦਾ ਅਸੀਂ ਕਹੀਏ ਤਾਂ ਜਿਹੜਾ ਅਕਾਲੀ ਦਲ ਨੇ ਵੱਲੋਂ ਸਵਾਲ ਉਠਾਏ ਗਏ ਸੀ ਕਿ ਅਸੀਂ ਜਥੇਦਾਰ ਜਿਹੜੇ ਸਮੁੱਚੀ ਕੌਮ ਦਾ ਹੁੰਦਾ ਹੈ, ਅਕਾਲੀ ਦਲ ਦੇ ਵੱਲੋਂ ਹੀ ਕਿਉਂ, ਹੋਰ ਪਾਰਟੀਆਂ ਵੀ ਤਾਂ ਇਸ ਪ੍ਰਤੀ ਜਿਹੜਾ ਉਹ ਠੀਕ ਹੈ, ਕੌਮ ਸਾਰੀ ਹੈਗੀ ਆ। ਉਹ ਬਾਕੀ ਕੌਮ ਪਤਾ ਨਹੀਂ ਕਿੰਨੀਆਂ ਕੁ ਵੋਟਾਂ SGPC ਨੂੰ ਪਾਉਂਦੀ ਆ ਕਿ ਨਹੀਂ ਪਾਉਂਦੀ। ਜੇ ਬਾਕੀ ਕੌਮ ਵੀ ਡਟ ਕੇ ਪਾਉਂਦੀ ਹੋਵੇ ਤਾਂ ਫਿਰ ਕਬਜ਼ਾ ਅਕਾਲੀ ਦਲ ਦਾ ਕਿਵੇਂ ਰਹੇ? ਦੇਖੋ ਹੈ ਤੇ ਸਿੱਖਾਂ ਦੀ, ਇਹ ਤੁਸੀਂ ਬਿਲਕੁਲ ਠੀਕ ਫਰਮਾਇਆ, ਪਰ ਕਿਉਂਕਿ ਉਹਨਾਂ ਦੀ ਗਵਰਨਿੰਗ ਬਾਡੀ ਦੇ ਵਿੱਚ ਵੱਡੀ ਮੈਜੋਰਿਟੀ ਅਕਾਲੀ ਦਲ ਦੇ ਮੈਂਬਰਾਂ ਦੀ ਹੈ, ਪੋਲੀਟੀਕਲ ਬੰਦਿਆਂ ਦੀ ਹੈ, ਇਸ ਕਰਕੇ ਉਹਨਾਂ ਦੇ ਕਬਜ਼ੇ 'ਚ ਹੀ ਰਹਿਣੇ ਕੁਦਰਤੀ ਹੈ। ਕਾਂਗਰਸੀ ਵੱਡੇ ਲੀਡਰ ਵੀ ਜਾ ਕੇ ਉੱਥੇ ਖੜੇ ਹੋ ਸਕਦੇ ਆ, ਜਾ ਸਕਦੇ ਅੰਦਰ, ਕੋਈ ਉਹਨਾਂ ਨੂੰ ਰੋਕਦਾ ਨਹੀਂ। BJP ਜਾ ਸਕਦੀ ਆ, ਹੋਰ ਕੋਈ ਵੀ ਬਸਪਾ ਜਾ ਸਕਦੀ ਆ। ਪਰ ਇਸ ਵੇਲੇ ਤੱਕ ਹਾਲ ਦੀ ਘੜੀ ਤੱਕ ਇਹੀ ਹੈ ਕਿ ਕਿਉਂਕਿ ਉਹ ਜ਼ਿਆਦਾ ਹੈਗੇ ਆ, ਵੱਡੀ ਗਿਣਤੀ 'ਚ ਆ, ਅਤੇ ਉਹ ਆਪਣੇ ਆਪ ਨੂੰ ਅਕਾਊਂਟੇਬਲ ਵੀ ਸਮਝਦੇ ਆ ਕਿਉਂਕਿ ਕੰਟਰੋਲ ਉਹਨਾਂ ਦਾ ਹੈ। ਜਦ ਬੰਦੇ ਉਹਨਾਂ ਦੇ ਪੋਲੀਟੀਕਲ ਜ਼ਿਆਦਾ ਹੈ ਉਹਨਾਂ ਦੀ ਗਵਰਨਿੰਗ ਬਾਡੀ 'ਚ, ਤਾਂ ਫਿਰ ਕੁਦਰਤੀ ਹੈ ਕਿ ਉਹਨਾਂ ਨੂੰ ਇਸ ਗੱਲ ਦਾ ਜੇ ਕੋਈ ਖੁਸ਼ੀ ਵੀ ਹੋਊਗੀ, ਜੇ ਕੋਈ ਚੰਗਾ ਕੰਮ ਹੋਊਗਾ, ਅਤੇ ਗਮੀ ਵੀ ਹੋਊਗੀ ਜੇ ਕੋਈ ਇਸ ਕਿਸਮ ਦਾ ਉਹਨਾਂ ਨੂੰ ਲੱਗੂਗਾ ਕਿ ਜਵਾਬਦੇਹੀ ਜਿਹੜੀ ਆ ਬਣ ਗਈ। ਇੱਕ ਇੱਥੇ ਇਹ ਵੀ ਗੱਲ ਸਾਹਮਣੇ ਆਉਂਦੀ ਕਿ ਅਗਰ ਪਹਿਲਾਂ ਹੋਰ ਵੀ ਵਿਆਹ BJP ਦੇ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੇ ਵਿਆਹ ਹੋਏ ਸੀ, ਨਾਮ ਨਹੀਂ ਲੈਣਾ, ਜਿੱਥੇ ਜਥੇਦਾਰ ਵੀ ਮੌਜੂਦ ਰਹੇ ਹੋਣਗੇ ਜਾਂ ਰਹੇ ਸੀ, ਤਾਂ ਇਹ ਵੀ ਸੋਚ ਸਕਦੇ ਆ ਕਿ ਉਹ ਆਮ ਆਦਮੀ ਪਾਰਟੀ ਦੇ ਵਿਆਹ ਸਮਾਗਮ ਸੀ ਜਿੱਥੇ ਹੋਣ ਕਰਕੇ ਜਿਹੜਾ ਜ਼ਿਆਦਾ ਵਿਵਾਦ ਜਿਹੜਾ ਛਿੜਿਆ। ਦੇਖੋ ਮੈਂ ਫਿਰ ਇਹ ਕਹੂੰਗਾ ਕਿ ਉੱਥੇ ਜੇ ਜਾਣਾ ਆ ਜਾਂ ਤਾਂ ਕੋਈ ਹੋਰ ਵੀ ਸਾਰੇ ਪੋਲੀਟੀਕਲ ਲੀਡਰ ਗਏ ਹੋਣ ਅਤੇ ਧਾਰਮਿਕ ਲੀਡਰ ਵੀ ਚਲੇ ਗਏ। ਵੈਸੇ ਜਿਹੜਾ ਨਾ ਧਰਮ ਨੂੰ ਰਾਜਨੀਤਿਕ ਲੋਕਾਂ 'ਚ ਜਾ ਕੇ ਕੀ ਲੈਣਾ, ਜਿਹੜਾ
ਇੱਕ ਕਿਸੇ ਵੀ ਧਰਮ ਦੇ ਵੱਡੇ ਅਹੁਦੇ ਦਾ ਕੋਈ ਲੀਡਰ ਹੈਗਾ ਜਾਂ ਉਹਦਾ ਕਰਤਾ ਧਰਤਾ ਹੈ, ਉਹ ਇੱਕ ਪਾਕ ਪਵਿੱਤਰ ਆਈਡੀਅਲ ਜਿਹੜਾ ਲੋਕਾਂ ਨੂੰ ਦੂਰੋਂ ਹੀ ਲੱਗੇ ਕਿ ਇੱਕ ਰੋਸ਼ਨੀ ਛੱਡ ਰਿਹਾ ਹੈ ਨਾ, ਇਸ ਕਿਸਮ ਦਾ। ਇਹ ਪੋਲੀਟਿਕਸ ਦੇ ਵਿੱਚ ਕੌਣ ਆ ਜਿਹਨੇ 3-4 ਮਰਡਰ ਕੀਤੇ, ਉਹ ਸਭ ਤੋਂ ਉੱਚਾ। ਜਿਹਨੇ 3-4 ਕਿਸਮ ਦੇ ਹੋਰ ਕੋਈ ਪੁੱਠੇ ਸਿੱਧੇ ਕੰਮ ਕੀਤੇ ਹੋਣ ਜਾਂ ਜ਼ਮੀਨਾਂ ਖੋਹੀਆਂ, ਪੁੱਟੀਆਂ ਮਾਰੀਆਂ, ਇਹ ਉਹ ਕੋਈ ਇਹੋ ਜਿਹੇ ਲੀਡਰ ਤੁਸੀਂ 43% ਪਾਰਲੀਮੈਂਟ 'ਚ ਇਹੋ ਜਿਹੇ MP ਹੈ ਜਿਨ੍ਹਾਂ ਦੇ ਉੱਤੇ ਕ੍ਰਿਮੀਨਲ ਕੇਸ ਦਰਜ ਹੈ, ਅਤੇ ਤੁਸੀਂ 43 ਥੋੜ੍ਹੇ, ਹੁਣ ਤੱਕ 50 ਹੋ ਜਾਣਗੇ ਅਗਲੀ 2024 'ਚ। ਜਾਣੀ ਜੇ ਅੱਧੇ ਬੰਦੇ ਇਸ ਬੈਕਗਰਾਊਂਡ 'ਚ ਆਉਂਦੇ ਤਾਂ ਤੁਸੀਂ ਉਹਨਾਂ ਪਾਰਟੀਆਂ ਦੇ ਕਰੈਕਟਰ ਨੂੰ ਕਿਹੋ ਜਿਹਾ ਅਤੇ ਉਹ ਲੀਡਰ ਵਿਆਹਾਂ 'ਚ ਜਾਣ ਜਾਂ ਕਿਤੇ ਹੋਰ ਕਿਤੇ ਜਾਣ ਜਾਂ ਕਿਤੇ ਵੀ ਮੁਜਰਿਆਂ 'ਚ ਜਾਣ, ਕਿਸੇ ਨੂੰ ਕੋਈ ਬਹੁਤਾ ਉਹਦਾ ਅਸਰ। ਪਰ ਜਿਹੜਾ ਧਾਰਮਿਕ ਲੀਡਰ ਹੈਗਾ, ਉਹਦਾ ਰੁਤਬਾ, ਉਹਦੀ ਅਹਿਮੀਅਤ ਸਮਾਜ ਅੰਦਰ ਵੀ ਇੱਕ ਅਲੱਗ ਕਿਸਮ ਦੀ ਹੈ, ਕਿਉਂਕਿ ਉਹਨਾਂ ਨੇ ਇੱਕ ਮੋਰਲ, ਉਹ ਇੱਕ ਮੋਰਲ ਨੈਤਿਕ ਰੁਤਬੇ ਦੇ ਉਹ ਇੱਕ ਲੰਬੜਦਾਰ ਹੈਗੇ। ਅਤੇ ਕੁਦਰਤੀ ਆ ਫਿਰ ਹਾਂ ਇੱਕੋ ਗੱਲ ਲਈ ਉਹਨਾਂ ਨੂੰ ਪਰਮਿਸ਼ਨ ਹੋ ਸਕਦੀ। ਮੈਂ ਉਦਣ ਵੀ ਕਿਹਾ, ਅੱਜ ਵੀ ਕਹਿਣਾ, ਹਾਲਾਂਕਿ ਇਹ ਇਕੱਲਾ ਗੱਲ ਨਹੀਂ ਹੋਊਗੀ, ਇਹ ਤਾਂ ਆਪਾਂ ਬਣਾ ਰਹੇ ਹਾਂ ਨਾ, ਇਹ ਤਾਂ ਮੀਡੀਆ ਵੀ ਕਹਿ ਰਿਹਾ, ਸਾਰਾ ਹੀ ਕਹਿ ਰਿਹਾ, ਪਰ ਅਸਲ 'ਚ ਇਕੱਲੀ ਗੱਲ ਨਹੀਂ ਹੋਊਗੀ, ਹੋਰ ਕਈ ਗੱਲਾਂ ਹੋਣਗੀਆਂ। ਮੇਰੇ ਮਨ 'ਚ ਵੀ ਕਈ ਗੱਲਾਂ ਆਉਂਦੀਆਂ, ਆਪਾਂ ਸ਼ੇਅਰ ਵੀ ਕਰ ਸਕਦੇ ਹਾਂ। ਪਰ ਇਹ ਇੱਕ ਗੱਲ ਕਰਕੇ ਜਾ ਸਕਦੇ ਸੀ ਕਿ ਦੇਖੋ ਜੀ, ਮੈਂ ਉੱਥੇ ਜਾਣਾ, ਮੈਨੂੰ ਇਨਵੀਟੇਸ਼ਨ ਆਇਆ, ਜਿਵੇਂ ਤੁਸੀਂ ਕਹਿੰਦੇ ਆ ਕਿ ਸਿੱਖ ਧਰਮ ਤੇ ਸਾਰਿਆਂ ਦਾ ਸਾਂਝਾ, ਪਰ ਮੈਂ ਉੱਥੇ ਐਜ਼ ਜਥੇਦਾਰ ਨਹੀਂ ਜਾ ਰਿਹਾ, ਮੈਂ ਤੇ ਐਜ਼ ਇੰਡੀਵਿਜੂਅਲ ਜਾ ਰਿਹਾ। ਮੇਰੀ ਕੋਈ ਆਪਣੀ ਐਜ਼ ਇੰਡੀਵਿਜੂਅਲ ਵੀ ਤਾਂ ਹਸਤੀ ਹੈਗੀ, ਮੈਂ ਅਕਾਲ ਤਖਤ ਦੇ ਜਥੇਦਾਰ ਤੌਰ 'ਤੇ ਨਹੀਂ, ਮੈਂ ਗਿਆਨੀ ਹਰਪ੍ਰੀਤ ਸਿੰਘ ਹੁਣੀ ਇੱਕ ਆਮ ਸ਼ਹਿਰੀ ਦੇ ਤੌਰ 'ਤੇ, ਆਮ ਸਿੱਖ ਦੇ ਤੌਰ 'ਤੇ ਜਾ ਰਿਹਾ, ਆਸ਼ੀਰਵਾਦ ਦੇਣ ਜਾ। ਗੱਲ ਖਤਮ ਹੋ ਜਾਂਦੀ। ਹਾਲਾਂਕਿ ਉਹ ਵੀ ਲੋਕ ਤੇ ਚੱਕਦੇ, ਤੇ ਫਿਰ ਵੀ ਉਹੀ ਕਿਸੇ ਨੂੰ ਕੀ ਪਤਾ ਹੁੰਦਾ। ਪਰ ਜੇ ਇੰਨੀ ਕੁ ਉਹਨਾਂ ਨੇ ਕੌਸ਼ਨ ਲਿਆ ਹੁੰਦਾ ਤਾਂ ਫਿਰ ਸ਼ਾਇਦ ਐਡੀ ਵੱਡੀ ਇਹ ਰਾਈ ਤੋਂ ਪਹਾੜ ਨਾ ਬਣਦਾ। ਪਰ ਹੁਣ ਇਹ ਪਤਾ ਨਹੀਂ ਉਹਨਾਂ ਨੇ ਲਿਆ ਹੈ ਕਿ ਨਹੀਂ ਲਿਆ। ਦੂਜੀਆਂ ਗੱਲਾਂ ਨਾ, ਜਿਹੜਾ ਹੁਣ ਜੇ ਆਪਾਂ ਮੀਡੀਆ ਤੋਂ ਹਟ ਕੇ ਗੱਲ ਹੈ, ਸਿੱਖੀ ਅਤੇ ਸਿੱਖ ਸੰਸਥਾਨ ਦੇ ਪੁਆਇੰਟ ਆਫ ਵਿਊ ਨਾਲ ਗੱਲ ਕਰੀਏ, ਉਹ ਬੜੀ ਇੰਪੋਰਟੈਂਟ ਹੈ। A ਆ ਜਾਏ, B ਆ ਜਾਏ, C ਆ ਜਾਏ, ਜਦ ਤੱਕ ਤੁਹਾਨੂੰ ਮਿਸ਼ਨ ਤੁਹਾਡੇ ਦਿਮਾਗ 'ਚ ਕਲੀਅਰ ਨਹੀਂ ਹੈ, ਰਸਤੇ ਦਾ ਨਹੀਂ ਪਤਾ, ਕਿੱਥੇ ਜਾਣਾ, ਕੀ ਕਰਨਾ, ਕੋਈ ਬਣਾ ਦਿਓ, ਕੀ ਫਰਕ ਪੈਂਦਾ। ਅੱਗੇ ਵੀ ਸੀਗੇ, ਹੁਣ ਵੀ ਸੀ। ਕੋਈ ਕਹਿੰਦਾ, ਇੱਥੇ ਮੈਂ ਕਿੰਨੇ ਦੇਖਿਆ ਚਾਹਵਾਨ ਸੱਜਣ ਕਹਿੰਦੇ, ਇੱਕ ਵਾਰੀ ਮੈਨੂੰ ਹੱਥ ਫੜਾ ਦਿਓ ਸਹੀ, ਫਿਰ ਮੇਰੀ ਚਾਲ ਦੇਖ ਲਈ, ਮੈਂ ਕਿਤੇ ਬਾਦਲਾਂ ਨੂੰ ਗਲੇ ਤੋਂ ਫੜ ਕੇ ਖਿੱਚ ਨਾ ਦਿਆਂ। ਇਹੋ ਜਿਹੇ ਵੀ ਬੰਦੇ ਤੁਹਾਨੂੰ ਜਿਹੜੇ ਪ੍ਰਾਈਵੇਟਲੀ ਗੱਲਾਂ ਕਰਦੇ ਨਜ਼ਰ ਆਉਣਗੇ। ਇਹ ਨਹੀਂ ਸਾਨੂੰ ਲੋੜ ਹੈਗੀ। ਸਾਨੂੰ ਤਾਂ ਇੱਕ ਲੋੜ ਉਸ ਬੰਦੇ ਦੀ ਹੈ ਜਿਹੜਾ ਅਨਲਾਈਟਡ ਬੰਦਾ ਹੋਵੇ, ਜਾਗਰੂਕ ਹੋਵੇ, ਉਹਨੂੰ ਪੂਰਾ ਹੋਵੇ, ਸਿੱਖੀ ਦਾ ਗਿਆਨ ਹੋਵੇ, ਸਿੱਖੀ ਦੇ ਫਲਸਫੇ ਦਾ ਪਤਾ ਹੋਵੇ, ਔਰ ਉਹ ਉਸਨੂੰ ਇੰਨਾ ਕੁ ਅਭਿਆਸ ਹੋਵੇ ਕਿ ਉਹ ਕਿਵੇਂ ਸਾਰੇ ਕਿਸਮ ਦੇ ਲੋਕਾਂ ਨੂੰ, ਸਾਰੀਆਂ ਜਾਤਾਂ ਦੇ, ਸਾਰੇ ਕਿਸਮ ਦੇ ਲੋਕਾਂ ਨੂੰ। ਇਹਦਾ ਮਤਲਬ ਤੁਸੀਂ ਕਹਿ ਰਹੇ ਹੋ ਕਿ ਗਿਆਨ ਦੇ ਵਿੱਚ ਕਮੀ ਸੀ ਕਿਤੇ ਨਾ ਕਿਤੇ ਗਿਆਨੀ ਹਰਪ੍ਰੀਤ? ਨਹੀਂ, ਮੈਂ ਉਹ ਨਹੀਂ ਗੱਲ ਕਹਿਣ ਲੱਗਿਆ। ਮੈਂ ਇਹ ਕਹਿ ਰਿਹਾ ਕਿ ਇਸ ਕਿਸਮ ਦੇ ਬੰਦੇ ਦੀ ਲੋੜ ਆ। ਗਿਆਨ ਦੀ ਕਮੀ ਨਹੀਂ ਹੁੰਦੀ ਹੈ, ਗਿਆਨ ਦੀ ਕਮੀ ਉਹਨਾਂ ਨੂੰ ਬਥੇਰੀ ਹੈ, ਧਰਮ ਬਾਰੇ ਪੂਰਾ ਪਤਾ ਆ, PhD ਹੈ, ਪੜ੍ਹੇ ਲਿਖੇ ਹੈਗੇ ਆ, ਉਹ ਨਹੀਂ ਮੈਂ ਕਹਿ ਰਿਹਾ। ਕੰਮ ਕੀ? ਕੰਮ ਤਾਂ ਉਹੀ ਹੈ ਜਿਸ ਤਰੀਕੇ ਨਾਲ ਸਰਕਾਰੀ ਕੰਮ ਹੁੰਦੇ ਆ। ਬੰਦੇ IAS ਆ, ਆਪਣੀ ਨੌਕਰੀ ਕਰਕੇ ਗਾਂਹ ਜਾਂਦੇ ਆ, ਗਾਂਹ ਪੈਨਸ਼ਨ ਮਿਲਦੀ ਰਹਿੰਦੀ ਆ। ਇਸੇ ਤਰੀਕੇ ਦੇ ਨਾਲ ਪੋਲੀਟੀਕਲ ਬੰਦੇ ਆਪਣਾ ਕੈਰੀਅਰ ਕਰਕੇ, ਨਿਆਣੇ ਬੀਵੀ ਬੱਚੇ ਸੈੱਟ ਕਰਕੇ, ਕੁਝ ਇੱਧਰ ਜਹਾਜ਼ਾਂ ਦੇ ਝੂਟੇ ਲੈ ਕੇ ਗਾਂਹ ਜਾਂਦੇ ਆ, ਗਾਂਹ ਆਪਣੀ। ਮੇਰਾ ਮਤਲਬ ਇਹ ਹੈ ਕਿ ਉਹਨਾਂ ਨੂੰ ਸਮਝ ਦੀ ਨਹੀਂ ਕਮੀ ਹੈ, ਇੱਕ ਹੋਰ ਕਿਸਮ ਦਾ ਵਿਜ਼ਨ ਚਾਹੀਦਾ ਕਿ ਜਦੋਂ ਸਾਡਾ ਖਾਲਸਾ ਪੰਥ ਕਿਸੇ ਖਾਸ ਸੰਕਟ 'ਚ ਹੋਵੇ ਔਰ ਉਸ ਨੂੰ ਕਈ ਕਿਸਮ ਦੀਆਂ ਚੁਣੌਤੀਆਂ ਹੋਣ, ਉਹ BJP ਚੱਕ ਕੇ ਸੁੱਟੀ ਜਾਂਦੀ ਆ ਪਰਾਂ। ਦਿੱਲੀ ਵਾਲੀ ਕਮੇਟੀ ਲੈ ਗਏ, ਹਰਿਆਣੇ ਵਾਲੀ ਕਮੇਟੀ ਲੈ ਗਏ, ਪਟਨਾ ਹਜੂਰ ਸਾਹਿਬ ਵਾਲੀ ਪਹਿਲਾਂ ਹੀ ਨਹੀਂ ਤੁਹਾਡੇ ਕੋਲ, ਅਤੇ ਰਹਿ ਗਿਆ ਇੱਕ ਪੰਜਾਬ ਹੀ ਪੰਜਾਬ ਰਹਿ ਗਿਆ। ਕਿੱਦਣ ਇਹਨੂੰ ਵੀ ਚੱਕ ਕੇ ਆਪਣੇ ਲਾ ਲੈਣਗੇ, ਅਤੇ ਤੁਹਾਡੇ ਅੱਲੇ ਪੱਲੇ ਕੀ ਹੈ? ਕੀ ਤੁਸੀਂ ਇਹ ਸਾਰੀਆਂ ਗੱਲਾਂ ਨੂੰ ਸੰਬੋਧਿਤ ਹੋਏ? ਕੀ ਤੁਸੀਂ ਕੌਮ ਨੂੰ ਨਾਲ ਲੈ ਕੇ ਇਹਨਾਂ ਗੱਲਾਂ ਦੀ ਚੁਣੌਤੀ ਨੂੰ ਹੈਡ ਔਨ ਲਿਆ ਅਤੇ ਕੋਈ ਪ੍ਰੋਗਰਾਮ ਤੈਅ ਕੀਤਾ? ਇਹ ਅਕਲ ਦੀ ਨਹੀਂ ਗੱਲ, ਇਹ ਪਲੈਨਿੰਗ ਦੀ, ਵਿਜ਼ਨ ਦੀ ਗੱਲ ਹੈ। ਉਹ ਇੱਕ ਦੂਰ ਅੰਦੇਸ਼ਤਾ ਦੀ ਗੱਲ ਹੈਗੀ ਆ। ਉਹ ਮੈਨੂੰ ਲੱਗਦਾ ਕਿ ਉੱਥੇ ਨਾ ਢਿੱਲਾਪਣ ਥੋੜ੍ਹਾ। ਹਾਲਾਂਕਿ ਗਿਆਨੀ ਜਥੇਦਾਰ ਸਾਹਿਬ ਮੇਲਾ ਪੰਜਾਬ 'ਚ ਵੀ ਨਹੀਂ ਹੈਗੇ, ਮਤਲਬ ਸ਼ਾਇਦ ਹੈ ਨਹੀਂ ਗੇ ਜਿਹੜੇ। ਨਹੀਂ, ਚਲੋ ਉਹਦਾ ਕੋਈ ਬਹੁਤਾ ਫਰਕ ਨਹੀਂ। ਦੇਖੋ, ਨਾਲੇ ਵੈਸੇ ਵੀ ਜ਼ਰੂਰੀ ਸੀ। ਨਹੀਂ, ਮੈਂ ਇਹ ਕਹਿਣਾ ਕਿ ਚਲੋ ਇਹ ਆਪਾਂ ਲੀਗਲ ਵੀ ਨਾ ਗੱਲਾਂ ਜਾਈਏ। ਇੱਕ SGPC ਹੈ, ਇਹ ਉਹਨਾਂ ਨੇ ਫੈਸਲਾ ਕਰਨਾ ਕਿ ਕਿਹਨੂੰ ਰੱਖਣਾ, ਕਿਹਨੂੰ ਨਹੀਂ ਰੱਖਣਾ। ਇਸੇ ਤਰ੍ਹਾਂ ਹੀ ਪਾਰਟੀਆਂ 'ਚ ਹੁਣ ਭਗਵੰਤ ਮਾਨ ਉਹਨਾਂ ਦੀ ਪਾਰਟੀ ਹੈ,
ਉਹਨਾਂ ਨੇ ਭਗਵੰਤ ਮਾਨ ਦੀ ਪਾਰਟੀ ਨੇ ਫੈਸਲਾ ਕਰਨਾ ਕਿ ਕਿਹਨੂੰ ਮਿਨਿਸਟਰ ਬਣਾਉਣਾ, ਕਿਹਨੂੰ ਚੀਫ ਮਿਨਿਸਟਰ ਬਣਾਉਣਾ। ਆਪਾਂ ਉਹਦੇ 'ਚ ਬਹੁਤਾ ਕਿੰਤੂ ਸਾਡਾ ਕੰਮ ਇਹ ਹੁੰਦਾ ਕਿ ਜਿਹੜਾ ਵੀ ਬਣੇ ਕਿ ਉਹ ਕੰਮ ਕਰਦਾ ਕਿ ਨਹੀਂ ਕਰਦਾ, ਸਾਡੀਆਂ ਲੋੜਾਂ ਪੂਰੀਆਂ ਕਰਦਾ ਕਿ ਨਹੀਂ, ਜਨਤਾ ਨਾਲ ਕੀਤੇ ਵਾਅਦੇ ਪੂਰੇ ਕਰਦਾ ਕਿ ਨਹੀਂ। ਮੈਂ ਉਸ ਗੱਲ 'ਤੇ ਗੱਲ ਕਰ ਰਿਹਾ ਕਿ ਹੁਣ ਰਘਬੀਰ ਸਿੰਘ ਹੁਣੀ ਆ ਗਏ, ਸਾਨੂੰ ਤਾਂ ਇਹ ਨਹੀਂ ਹੈ ਕਿ ਕੋਈ ਖਾਸ ਨਿੱਘ ਗਿਆਨੀ ਹਰਪ੍ਰੀਤ ਸਿੰਘ ਦੇ ਰਹੇ ਸੀਗੇ ਕਿ ਜਿਹੜੇ ਹੁਣ ਗਿਆ ਰਘਬੀਰ ਸਿੰਘ ਹੁਣਾਂ ਨੇ ਨਹੀਂ ਦੇਣਾ, ਨਾ ਤੇ ਉਹਨਾਂ ਨੇ ਸਾਨੂੰ ਕੁਝ ਦੇਣਾ, ਨਾ ਇਹਨਾਂ ਨੇ ਕੁਝ ਦੇਣਾ। ਸਾਡਾ ਮਕਸਦ ਹੈ ਕਿ ਇੱਕ ਸੰਸਥਾ ਹੈਗੀ ਆ, ਉਹਦੀ ਇੱਕ ਬਹੁਤ ਸਰਮੋੜ ਸੰਸਥਾ ਦੇ ਉੱਪਰ ਇੱਕ TC 'ਤੇ ਬੈਠਾ ਬੰਦਾ ਜਿਹੜਾ ਲੋਕੀ ਉਹਦੇ ਤੋਂ ਉਮੀਦਾਂ ਕਰਦੇ ਆ, ਕਿਤੇ ਨਾ ਕਿਤੇ ਲੋੜ ਇਸ ਗੱਲ ਦੀ ਆ, ਬੰਦਾ ਕੋਈ ਵੀ ਆ ਜੇ, ਮੈਂ ਇਹਨੂੰ ਕੋਈ ਨਾ ਬੇਇੱਜ਼ਤੀ ਮਹਿਸੂਸ ਕਰਦਾ, ਨਾ ਕਿਸੇ ਨੂੰ ਸ਼ੰਟਿੰਗ ਕਰਤੀ ਆ ਉਹਦਾ ਮਹਿਸੂਸ ਕਰਦਾ, ਇਸ ਤਰ੍ਹਾਂ ਨਹੀਂ ਆ। ਉਹ ਦਮਦਮਾ ਸਾਹਿਬ ਦੇ ਅਜੇ ਵੀ ਜਥੇਦਾਰ ਹੈਗੇ ਆ, ਇੱਥੇ ਕਾਰਜਕਾਰੀ ਸੀਗੇ, ਨਵਾਂ ਬਣਾਤਾ, ਇਹ ਉਹਨਾਂ ਦੀ ਮਰਜ਼ੀ ਹੈਗੀ, ਸਾਨੂੰ ਕੋਈ ਬਹੁਤੀ ਉਹਦੇ 'ਚ ਕਿੰਤੂ ਪਰੰਤੂ ਕਰਨ ਦੀ ਲੋੜ ਨਹੀਂ। ਪਰ ਸਾਡੀਆਂ ਕੁਝ ਉਮੀਦਾਂ ਤੇ ਸੰਸਥਾ ਤੋਂ ਹੈ। ਮੈਂ ਉਹਦੇ 'ਤੇ ਗੱਲ ਕਰਦਾ ਕਿ ਉੱਥੇ ਕੋਈ ਐਕਸ਼ਨ ਹੋ ਨਹੀਂ ਰਿਹਾ। ਪਿੰਡਾਂ 'ਚ ਅਲੱਗ-ਅਲੱਗ ਮੜੀਆਂ, ਅਲੱਗ-ਅਲੱਗ ਗੁਰਦੁਆਰੇ, ਤੀਏ ਦਿਨ ਸਾਡਾ ਵੈਰ ਵਿਰੋਧ ਪੈ ਜਾਂਦਾ ਆ ਕ੍ਰਿਸਚੀਅਨਾਂ ਦੇ ਨਾਲ। ਕਿਉਂ ਇਹ ਸਾਰਾ ਕੁਝ ਹੋ ਰਿਹਾ? ਕਿਉਂ ਲੋਕ ਕ੍ਰਿਸਚੀਅਨ ਬਣ ਰਿਹਾ? ਕਿਉਂ ਅਸੀਂ ਜਾਤੀ ਪਾਤ ਨਹੀਂ ਖਤਮ ਕਰਕੇ, ਕਿਉਂ ਸਿੱਖਾਂ ਦੇ ਅੰਦਰ ਅਜੇ ਵੀ ਜਾਤਾਂ ਦੇ ਆਧਾਰ ਦੇ ਉੱਤੇ ਰਿਜ਼ਰਵੇਸ਼ਨ ਹੈ, ਰਾਖਵਾਂ ਕਰਨਾ ਹੈ? ਫਿਰ ਹਿੰਦੂਆਂ ਨਾਲੋਂ ਕੀ ਫਰਕ ਹੋਇਆ? ਇਹ ਤਾਂ ਆਪਾਂ ਜਦੋਂ ਰਾਖਵਾਂ ਕਰਨ ਸਿੱਖਾਂ ਦੇ ਵਿੱਚ ਰੱਖਿਆ, ਇਹਦਾ ਮਤਲਬ ਜਾਤ ਹੈ, ਇਹਦਾ ਮਤਲਬ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਕਿ ਸਾਡੇ ਅੰਦਰ ਜਾਤ ਨਹੀਂ ਹੋਊ, ਉਸ ਨੂੰ ਮਿਟਾਉਣ ਦੇ ਵਿੱਚ, ਉਹ ਫਰਕਾਂ ਨੂੰ ਮਿਟਾਉਣ ਦੇ ਵਿੱਚ ਅਸੀਂ ਫੇਲ ਹੋਏ ਹਾਂ। ਮੈਂ ਇਹ ਕਹਿਣਾ ਆ ਕਿ ਕੀ ਗਿਆਨੀ ਹਰਪ੍ਰੀਤ ਸਿੰਘ ਜੀ, ਉਹਨੂੰ ਛੱਡ ਲਓ ਤੁਸੀਂ ਰਾਘਵ ਚੱਡੇ ਦੇ ਜਾਂਦੇ ਜਾਂ ਨਹੀਂ ਜਾਂਦੇ, ਇਸ ਮਾਰਗ ਦੇ ਉੱਤੇ ਜਾਂ ਇਸ ਰਸਤੇ ਦੇ ਉੱਤੇ ਕਿੰਨੇ ਕਦਮ ਅੱਗੇ ਸਿੱਖ ਕੌਮ ਨੂੰ ਲੈ ਕੇ ਗਏ। ਉਹ ਜੇ ਨਹੀਂ ਲੈ ਕੇ ਗਏ ਫਿਰ ਕੋਈ ਨਹੀਂ ਹੈ, ਕੋਈ ਹੋਰ ਆ ਜਾਊਗਾ, ਫਿਰ ਉਹ ਨਹੀਂ ਹੋਊਗਾ, ਕੋਈ ਹੋਰ ਆ ਜਾਊਗਾ। ਪਰ ਲੋੜ ਇਸ ਗੱਲ ਦੀ ਹੈ ਕਿ ਜਿਹੜਾ ਵੀ ਆਵੇ ਉਹ ਉਹਨਾਂ ਅਧੂਰੇ ਕਾਰਜਾਂ ਨੂੰ ਪੂਰਾ ਕਰੇ ਜਿਹੜੇ ਅੱਜ ਇੰਨੇ 100 ਸਾਲਾਂ ਤੋਂ ਅਧੂਰੇ ਪਏ ਆ। ਜੇ ਉਹ ਨਾ ਕੀਤੇ ਸਿੱਖ ਕੌਮ ਖਤਮ ਹੋ ਜੂਗੀ। ਸਿੱਖ ਕੌਮ ਦਾ ਉਹ ਵੇਖਣ ਨੂੰ ਤੇ ਪੱਗਾਂ ਵਾਲੇ ਅਸੀਂ ਰਵਾਂਗੇ, ਪ੍ਰੈਕਟੀਕਲੀ ਅਸੀਂ ਆਪਣੇ ਕਾਰ ਵਿਹਾਰ 'ਚ ਤੇ ਸੋਚ ਤੇ ਫਲਸਫੇ ਤੇ ਜੀਵਨ ਜਾਂਚ ਦੇ ਵਿੱਚ ਅਸੀਂ ਹਿੰਦੂਆਂ ਵਰਗੇ ਹੋਵਾਂਗੇ। ਜੀ, ਇੱਕ ਸਵਾਲ ਸੇ ਤੁਸੀਂ ਪ੍ਰੋਫੈਸਰ ਰਹੇ ਹੋ, ਜਦੋਂ ਇਜਲਾਸ ਹੁੰਦਾ ਜਾਂ ਮੀਟਿੰਗ ਹੁੰਦੀ, ਜਦੋਂ ਜਥੇਦਾਰ ਲਾਣੇ ਜਾਂਦਾ, ਕੁਝ ਰੂਲ ਰੈਗੂਲੇਸ਼ਨ ਵੀ ਹੁੰਦੇ ਹੋਣਗੇ ਕਿ ਤੁਸੀਂ ਆਹ ਜਗ੍ਹਾ 'ਤੇ ਅਟੈਂਡ ਕਰਨਾ ਜਾਂ ਕੁਝ ਅਜਿਹਾ ਵੀ ਕੁਝ ਹੁੰਦਾ ਹੋਏਗਾ? ਇਹ ਤਾਂ ਦੇਖੋ, ਇਹਨਾਂ ਗੱਲਾਂ ਦਾ ਜਵਾਬ ਕਿ ਜਿਹੜੇ ਉਹਨਾਂ ਦੇ ਬਾਈ ਲਾਜ਼ ਜਾਂ ਕੋਈ ਕਿਸੇ ਕੀ ਪ੍ਰੈਸੀਡੈਂਟ ਆ, ਕੀ ਰਵਾਇਤਾਂ ਹੈ, ਇਹਦਾ ਸਵਾਲ ਤਾਂ ਉਹ HGPC ਵਾਲੇ ਦੇ ਸਕਦੇ, ਕਿਉਂਕਿ ਇਹ ਟੈਕਨੀਕਲ ਸਵਾਲ ਹੈਗੇ ਆ। ਅਸੀਂ ਤਾਂ ਇੰਨਾ ਹੀ ਕਹਿ ਸਕਦਾ, ਜੇ ਗਿਆਨੀ ਹਰਪ੍ਰੀਤ ਬਾਰੇ ਵੀ ਹੋਰ ਵੀ ਕਮੈਂਟ ਕਰਨਾ ਹੋਵੇ, ਕਈ ਉਹਨਾਂ ਨੇ ਬੜੇ ਤਕੜੇ ਸਟੈਂਡ ਲਏ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਨਹੀਂ ਲਏ, ਕਸ਼ਮੀਰ ਦੇ ਹੱਕ 'ਚੋਂ ਬੋਲੇ ਸੀ, ਸ਼੍ਰੋਮਣੀ ਅਕਾਲੀ ਦਲ ਨਹੀਂ ਸੀ ਬੋਲਿਆ। ਇਸੇ ਤਰੀਕੇ ਨਾਲ ਜਦੋਂ ਲਾਂਘਾ ਸੀਗਾ, ਲਾਂਘੇ 'ਤੇ ਵੀ ਉਹ ਹੱਕ 'ਚ ਬੋਲੇ ਆ, ਅੰਮ੍ਰਿਤਸਰ ਬਾਰੇ ਵੀ ਜੋ ਵੀ ਹੈ, ਮਤਲਬ ਉਹਨਾਂ ਦੀ ਕਈ ਗੱਲਾਂ, ਪਰ ਕਈ ਗੱਲਾਂ ਉਹਨਾਂ ਨੇ ਜਿਹੜੀਆਂ ਸਾਨੂੰ ਬਿਲਕੁਲ ਨਹੀਂ ਚੰਗੀਆਂ, ਅਸੀਂ ਨਾਲੋਂ ਨਾਲ ਨਿੰਦਦੇ ਵੀ ਰਹੇ ਹਾਂ। ਜਿਵੇਂ ਪਾਸਟਰਾਂ ਦਾ ਜਿਹੜਾ ਉਦੋਂ ਨੌਜਵਾਨ ਅੰਮ੍ਰਿਤਪਾਲ ਨੇ ਕੀਤਾ, ਉਹਨੇ ਵਿਰੋਧਤਾ ਕੀਤੀ ਤੇ ਹੱਕ 'ਚ ਬੋਲੇ। ਫਿਰ ਸਿੱਖ ਕਿਵੇਂ ਵਧਣਗੇ ਜੀ? ਉਹ ਸਿੱਖ ਵਧਣਗੇ ਤੁਹਾਡੀ ਸੋਚ ਅੱਗੇ ਚੱਲੂ। ਇਹ ਕਹਿੰਦੇ ਜੀ ਨਿਆਣੇ ਜ਼ਿਆਦਾ ਪੈਦਾ ਹੋ, ਇਹੋ ਹੀ ਉੱਥੇ ਉਹ ਕਹੀ ਜਾਂਦੇ ਆ, ਇਹੋ ਹੀ ਤੁਸੀਂ ਕਹੀ ਜਾਂਦੇ ਆ। ਅਤੇ ਡਰ ਕੀ ਆ ਕਿ ਜੀ ਮੁਸਲਮਾਨ ਬਹੁਤ ਵੱਧ ਰਿਹਾ, ਕਿਉਂਕਿ ਮੁਸਲਮਾਨ 4 ਵਿਆਹ, ਉਹ ਭਲੇ ਉਹ ਜਦ ਅੱਧੀਆਂ ਔਰਤਾਂ ਤੇ ਅੱਧੇ ਬੰਦੇ ਆ, ਜੇ ਇੱਕ ਬੰਦਾ 4 ਵਿਆਹ ਕਰਾਊ ਤਾਂ 3 ਛੜੇ ਵੀ ਤਾਂ ਰਹਿ ਜਾਣਗੇ। ਤੇ ਤੁਸੀਂ ਯਾਰ ਕਿਹੜੀ ਗੱਲ ਦਾ ਫਰਾਪੇ ਕੱਟਾ ਕਰਦੇ ਐਵੇਂ ਫਾਲਤੂ ਦੀਆਂ ਗੱਲਾਂ। ਸਿੱਖੀ ਇੱਕ ਸੋਚ ਆ, ਉਸ ਨੂੰ ਵਧਾਉਣ ਲਈ ਮੈਂ ਕਹਿੰਦਾ ਕਿ ਪੰਜਾਬ ਦੇ ਬਹੁਤ ਸਾਰੇ ਹਿੰਦੂ ਉਹ ਸਿੱਖ ਨਹੀਂ ਹੈ, ਬਿਲਕੁਲ ਸਿੱਖ ਆ, ਮੰਦਰ 'ਚ ਵੀ ਜਾਂਦੇ ਆ ਅਤੇ ਜ਼ਿਆਦਾ ਸ਼ਰਧਾ ਨਾਲ ਗੁਰਦੁਆਰੇ 'ਚ ਜਾਂਦੇ ਆ। ਸਿੱਖੀ ਤਾਂ ਇੰਝ ਬਣੀ ਨਹੀਂ ਨਾ ਸਿੱਖਾਂ ਦੇ ਵਿੱਚ। ਤੇ ਜੇ ਉਹਨਾਂ ਨੇ ਇੱਕ ਧਾਰਮਿਕ ਫਿਰਕੇ ਦੀ ਬਣਾਉਣੀ ਹੁੰਦੀ ਤੇ ਫਿਰ ਉਹ ਹਿੰਦੂ ਜਾਂ ਹੋਰ ਮੁਸਲਮਾਨ ਜਾਂ ਹੋਰ ਸਾਰੀ ਕਿਸਮ ਦੇ ਮੁਸਲਮਾਨ ਉੱਥੇ ਕਿੱਥੇ ਆਉਂਦੇ? ਮੁਸਲਮਾਨ ਤਾਂ ਬਿਲਕੁਲ ਹੀ ਨਾ ਆਉਂਦੇ। ਉਹ ਸਾਰੇ ਆਏ ਤੇ ਦਰਬਾਰ ਸਾਹਿਬ ਦਾ ਨਿਊ ਪੱਥਰ ਮੀਆਂ ਮੀਰ ਨੇ ਰੱਖਿਆ। ਕਹਿਣ ਦਾ ਮਤਲਬ ਇਹ ਹੈਗਾ ਕਿ ਸਿੱਖੀ ਇੱਕ ਮਨਵਾਦੀ ਸੋਚ ਆ, ਉਹ ਫਿਰਕਾ ਪ੍ਰਸਤੀ ਦੀ ਇੱਕ ਕੋਈ ਚੰਡੀ ਹੋਈ ਚੀਜ਼ ਨਹੀਂ ਹੈਗੀ। ਇਸ ਲਈ ਇਸ ਵੇਲੇ ਜੇ ਕੋਈ ਦਵਾਈ ਹੈ ਦੇਸ਼ ਦੇ ਦਰਦ ਦੀ, ਦੇਸ਼ ਦੀ ਫਿਰਕਾ ਪ੍ਰਸਤ ਦੀ, ਦੇਸ਼ ਦੇ ਵਿੱਚ ਇੱਕ ਦੂਜੇ ਦੇ ਨਫ਼ਰਤ ਦੀ, ਤਾਂ ਉਹ ਮਲਮ ਪੱਟੀ ਇਸ ਸਿੱਖ ਸਮੁਦਾਇ ਕੋਲ ਹੈ। ਉਹਦੇ 'ਤੇ ਕਿਹੜਾ ਜਥੇਦਾਰ ਕਿੰਨਾ ਕੁ ਅੱਗੇ ਦਵਾਈ ਲੈ ਕੇ ਆਇਆ, ਜਾਂ ਉਸਨੇ ਇਹਦੇ ਬਾਰੇ ਕਿੰਨਾ ਕੁ ਸੋਚਿਆ ਅਤੇ ਕੌਮ ਨੂੰ ਕਿੰਨਾ ਕੁ ਤਿਆਰ ਕੀਤਾ ਕਿ ਇਸ ਗੱਲ ਨੂੰ ਅਸੀਂ ਦੇਸ਼ ਦੇ ਅੰਦਰ ਧਰਮ ਦੀ ਨਫ਼ਰਤ ਨੂੰ ਨਹੀਂ ਫੈਲਣ ਦੇਣਾ, ਔਰ ਆਹ ਸਾਡਾ ਤਰੀਕਾ ਹੋਊਗਾ, ਆਹ ਸਾਡਾ ਇੱਕ ਸਟਰੈਟਜੀ ਹੋਊਗੀ, ਰੋਡ ਮੈਪ ਹੋਊਗਾ।
ਤੁਸੀਂ ਦੇਖਦੇ ਆ ਮਣੀਪੁਰ, ਤੁਸੀਂ ਨੌਜਵਾਨ ਹੈ, ਸਾਨੂੰ ਇੰਨਾ ਦੁੱਖ ਹੁੰਦਾ। ਮਿਨਿਸਟਰ ਦਾ ਘਰ ਫੂਕਦਾ, ਪਹਿਲਾਂ ਵੀ ਇੱਕ MLA ਦਾ ਕਿ ਕਿਹਦਾ ਕਿਸੇ ਦਾ ਫੂਕ ਦਿੱਤਾ ਸੀਗਾ। ਇੰਫਾਲ ਦੇ ਵਿੱਚ ਰਾਜਧਾਨੀ 'ਚ ਹੋ ਰਿਹਾ, ਕੀ ਬਚਿਆ? ਇਹ ਕਿਹਨੇ ਕੀਤਾ? ਇਹ ਹੀ ਜਿਹੜੇ ਰੋਜ਼ ਕਹਿ ਰਹੇ ਆ ਨਾ ਕਿ ਆਲੀਆ ਮਾਲੀਆ ਤੇ ਇੱਧਰੋਂ ਜਮਾਲੀਆ, ਤੁਹਾਨੂੰ ਪਤਾ ਕੀ ਕਿਹਾ ਹੋਮ ਮਿਨਿਸਟਰ ਨੇ ਜਾ ਕੇ ਆਂਧਰਾ ਪ੍ਰਦੇਸ਼ ਦੇ ਵਿੱਚ? ਪਾਕਿਸਤਾਨ ਤੋਂ ਕਹਿੰਦੇ ਆਲੀਆ ਮਾਲੀਆ ਜਮਾਲੀਆ ਇੱਥੇ ਆਉਂਦੇ। ਯਾਰ ਕਿਹੜੀ ਗੱਲ ਦੀ ਅੱਗ ਕਿਉਂ ਲਾਉਂਦੇ? ਸਾਡੇ ਹੀ ਲੋਕ ਆ, ਸਾਡੇ ਵਿੱਚੋਂ ਕਨਵਰਟ ਹੋ ਕੇ ਬੜੇ, ਕੋਈ ਸਿੱਖ ਬਣ ਗਏ, ਕੋਈ ਬੁੱਧਿਸਟ ਬਣ ਗਏ, ਕੋਈ ਕ੍ਰਿਸਚੀਅਨ ਬਣ ਗਿਆ, ਕੋਈ ਇੰਡੀਅਨ ਹੀ ਹੈ ਸਾਰੇ। ਕਿਉਂ ਤੁਸੀਂ ਇੰਝ ਕਰਦੇ ਹੋ? ਤੇ ਮੋਹਨ ਭਗਵਤ ਵੀ ਕਹਿ ਜਾਂਦਾ ਉਹਨੂੰ ਹੀ ਸੁਣ ਲਓ, ਸਾਨੂੰ ਨਹੀਂ ਸੁਣਨਾ ਦੇ ਨਾਗਪੁਰੀਏ ਨੂੰ ਹੀ। ਇਸ ਲਈ ਮੇਰੀ ਵੀਰ ਗੱਲ ਇਹ ਹੈ ਕਿ ਮੇਰਾ ਟੇਕ ਇਹ ਆ, ਮੈਂ ਦੂਜਿਆਂ ਵਾਂਗੂ ਨਾ ਤੇ ਕੋਈ ਕਿਸੇ ਦੇ ਅਹੁਦੇ ਦਾ ਕੋਈ ਮਜ਼ਾਕ ਉਡਾਉਣਾ ਚਾਹੁੰਦਾ ਆ, ਨਾ ਕੋਈ ਉਹਦੇ 'ਤੇ ਉਸ ਕਿਸਮ ਦੀ ਟੀਕਾ ਟਿੱਪਣੀ ਕਰਨੀ ਚਾਹੁੰਦਾ। ਇਹ ਬਹੁਤ ਸੀਰੀਅਸ ਮਾਮਲਾ। ਤੁਹਾਡਾ ਧੰਨਵਾਦ ਕਿ ਤੁਸੀਂ ਮੇਰਾ ਵਿਚਾਰ ਲੈਣ ਆਏ। ਅਤੇ ਮੇਰਾ ਵਿਚਾਰ ਦੀ ਸਮਰੀ ਇਹ ਹੈ ਕਿ ਸਿੱਖ ਕੌਮ ਨੂੰ ਬਚਾਇਆ ਜਾਏ, ਅੱਗੇ ਤੋਰਿਆ ਜਾਏ, ਔਰ ਉਹ ਅੱਗੇ ਤੁਰੂਗੀ ਤਾਂ ਜੇ ਕੋਈ ਵਿਜ਼ਨਰੀ ਮਜ਼ਬੂਤ ਬੰਦਾ ਇਸ ਸਾਰੇ ਕਿਸਮ ਦੇ ਲੋਕਾਂ ਨੂੰ ਅੱਗੇ ਤੋਰਨੀ ਨਾਲ ਲੈ ਕੇ ਤੋਰਨ ਦੇ ਕਾਬਿਲ ਹੋਊਗਾ। ਉਧਰ ਨੂੰ ਸੋਚ ਵਧਣੀ ਚਾਹੀਦੀ। ਬਿਲਕੁਲ, ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਵਿਸ਼ੇ 'ਤੇ ਸਾਡੇ ਨਾਲ ਗੱਲਬਾਤ ਕਰਨ ਲਈ। ਬਹੁਤ ਬਹੁਤ ਸ਼ੁਕਰੀਆ। ਇਹ ਸਾਡਾ ਪ੍ਰੋਫੈਸਰ ਮਨਜੀਤ ਸਿੰਘ, ਜਿਨ੍ਹਾਂ ਨੇ ਇਹ ਕਿਹਾ ਕਿ ਜਥੇਦਾਰ ਕੋਈ ਵੀ ਹੋਵੇ, ਚਾਹੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਜਥੇਦਾਰੀ ਕੀਤੀ ਹੈ, ਚਾਹੇ ਹੁਣ ਰਘਬੀਰ ਸਿੰਘ ਹੈਗੇ ਨੇ, ਜਿਹੜੀ ਸਿੱਖ ਕੌਮ ਨੂੰ ਇੱਕ ਜੁਟਤਾ 'ਚ ਜਾਂ ਅੱਗੇ ਲੈ ਕੇ ਜਾਣਾ ਬਹੁਤ ਜ਼ਰੂਰੀ ਹੈਗਾ। ਅੱਜ ਦਾ ਜੋ ਸਮਾਂ ਹੈਗਾ ਜਿਸ ਦੇ ਵਿੱਚ ਸਿੱਖ ਧਰਮ ਦੀ ਜਿਹੜਾ ਪ੍ਰਚਾਰ ਹੈਗਾ ਉਸ ਨੂੰ ਜ਼ਿਆਦਾ ਤੋਂ ਜ਼ਿਆਦਾ ਕਰਨਾ ਚਾਹੀਦਾ। ਅਤੇ ਕਿਸੇ ਵੀ ਅਗਰ ਧਰਮ ਦੀ ਗੱਲ ਕੀਤਾ, ਕਿਸੇ ਧਰਮ ਨੂੰ ਭੰਡਣ ਦੀ ਬਜਾਏ ਇੱਕ ਸਮੁੱਚੀ ਜਿਹੜਾ ਕੌਮ ਹੈਗੀ ਉਸ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ। ਜ਼ਿਆਦਾ ਸਮਾਂ ਲੈਂਦਾ ਹੋਇਆ ਇਜਾਜ਼ਤ ਚਾਹੁੰਦਾ ਤੁਹਾਡੇ ਤੋਂ। ਕੈਮਰਾ ਪਰਸਨ ਸ਼ੇਖ ਦੇ ਨਾਲ ਸੰਦੀਪ ਕੰਬੋਜ, ਚੰਡੀਗੜ੍ਹ ਤੋਂ।